ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ, ਜੋ ਕਿ 10ਵੀਂ ਜਮਾਤ ਦਾ ਸਮਾਜਿਕ ਸਿੱਖਿਆ ਇਤਿਹਾਸ ਦਾ ਇੱਕ ਮਹੱਤਵਪੂਰਨ ਪਾਠ ਹੈ, ਉਸ ਬਾਰੇ ਅਧਿਐਨ ਕਰਾਂਗੇ ਅਤੇ ਪੰਜਾਬ ਦੇ ਨਕਸ਼ੇ ਵਿੱਚ ਉਹਨਾਂ ਦੀਆਂ ਲੜਾਈਆਂ ਦੇ ਪ੍ਰਮੁੱਖ ਸਥਾਨ ਕਿੱਥੇ-ਕਿੱਥੇ ਨੇ ਉਹ ਦਰਸਾਵਾਂਗੇ। ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੀਵਨ ਸੰਘਰਸ਼ਮਈ ਬੀਤਿਆ ਸੀ। ਉਹਨਾਂ ਦਾ ਜਨਮ ਪਟਨਾ ਵਿਖੇ 1666 ਵਿੱਚ ਹੋਇਆ ਅਤੇ ਬਚਪਨ ਤੋਂ ਹੀ ਉਹਨਾਂ ਨੂੰ ਲੜਾਈਆਂ ਦਾ ਸਾਹਮਣਾ ਕਰਨਾ ਪਿਆ। 9 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਚਾਂਦਨੀ ਚੌਕ ਵਿੱਚ ਸ਼ਹੀਦ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ। ਇੱਕ ਖਾਲਸਾ ਪੰਥ ਦੀ ਸਥਾਪਨਾ ਹੋਣ ਤੋਂ ਪਹਿਲਾਂ ਦੀਆਂ ਲੜਾਈਆਂ, ਇੱਕ ਖਾਲਸਾ ਪੰਥ ਦੀ ਸਥਾਪਨਾ ਹੋਣ ਤੋਂ ਬਾਅਦ ਦੀਆਂ ਲੜਾਈਆਂ, ਯਾਨੀ ਕਿ 1699 ਤੋਂ ਪਹਿਲਾਂ ਦੀਆਂ ਲੜਾਈਆਂ ਨੂੰ ਪੂਰਵ ਖਾਲਸਾ ਕਾਲ ਦੀਆਂ ਲੜਾਈਆਂ ਕਿਹਾ ਜਾਂਦਾ ਹੈ ਅਤੇ 1699 ਤੋਂ ਬਾਅਦ ਦੀਆਂ ਲੜਾਈਆਂ ਨੂੰ ਉੱਤਰ ਖਾਲਸਾ ਕਾਲ ਦੀਆਂ ਲੜਾਈਆਂ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੀਆਂ ਪ੍ਰਮੁੱਖ ਲੜਾਈਆਂ ਦੇ ਨਾਮ ਭੰਗਾਣੀ ਦੀ ਲੜਾਈ, ਨਦੌਣ, ਅਨੰਦਪੁਰ ਸਾਹਿਬ, ਨਿਰਮੋਹ, ਬਸੋਲੀ, ਅਨੰਦਪੁਰ ਸਾਹਿਬ ਦੀ ਦੂਸਰੀ ਲੜਾਈ, ਸ਼ਾਹੀ ਟਿੱਬੀ, ਚਮਕੌਰ ਅਤੇ ਖਿਦਰਾਣਾ, ਇਹ ਪ੍ਰਮੁੱਖ ਲੜਾਈਆਂ ਹਨ। ਤੁਸੀਂ ਪੰਜਾਬ ਦੇ ਨਕਸ਼ੇ ਵਿੱਚ ਦੇਖ ਸਕਦੇ ਹੋ ਇਹਨਾਂ ਦੀਆਂ ਲੜਾਈਆਂ ਦੇ ਪ੍ਰਮੁੱਖ ਸਥਾਨ। ਅਸੀਂ ਇਹਨਾਂ ਲੜਾਈਆਂ ਨੂੰ ਇੱਕ ਇੱਕ ਕਰਕੇ ਡਿਟੇਲ ਵਿੱਚ ਸਮਝਦੇ ਹਾਂ ਕਿ ਇਹ ਲੜਾਈਆਂ ਕਿਹੜੇ-ਕਿਹੜੇ ਸਾਲ ਹੋਈਆਂ ਅਤੇ ਇਹਨਾਂ ਲੜਾਈਆਂ ਦੇ ਵਿੱਚ ਕੀ ਨਤੀਜੇ ਨਿਕਲੇ। ਸਭ ਤੋਂ ਪਹਿਲਾਂ ਤੁਸੀਂ ਨਕਸ਼ੇ ਵਿੱਚ ਦੇਖ ਰਹੇ ਹੋ ਭੰਗਾਣੀ, ਪੂਰਬ ਦਿਸ਼ਾ ਵੱਲ। ਭੰਗਾਣੀ ਦੀ ਲੜਾਈ 1688 ਦੇ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਪਹਾੜੀ ਰਾਜੇ ਬਿਲਾਸਪੁਰ ਦਾ ਪਹਾੜੀ ਰਾਜੇ ਭੀਮ ਚੰਦ ਦੇ ਵਿਚਕਾਰ ਹੋਈ ਸੀ। ਗੁਰੂ ਗੋਬਿੰਦ ਸਿੰਘ ਜੀ ਦੀਆਂ ਸੈਨਿਕ ਗਤੀਵਿਧੀਆਂ ਨੂੰ ਵੇਖ ਕੇ ਪਹਾੜੀ ਰਾਜੇ ਬੇਚੈਨ ਹੀ ਰਹਿੰਦੇ ਸਨ। ਉਹਨਾਂ ਨੂੰ ਇਹ ਫਿਕਰ ਹੋ ਜਾਂਦੀ ਸੀ ਕਿ ਕਿਤੇ ਪੰਜਾਬ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਬਾਹਰ ਪਹਾੜੀ ਰਾਜਿਆਂ ਵੱਲ ਵੀ ਕਬਜ਼ਾ ਨਾ ਕਰ ਲੈਣ। ਅਤੇ ਇਸ ਭੰਗਾਣੀ ਦੀ ਪਹਿਲੀ ਲੜਾਈ ਵਿੱਚ ਭੀਮ ਚੰਦ ਦੀ ਹਾਰ ਹੋਈ। ਦੂਸਰੀ ਲੜਾਈ ਨਾਦੌਣ, ਨਕਸ਼ੇ ਵਿੱਚ ਤੁਸੀਂ ਹਰੇ ਰੰਗ ਨਾਲ ਦੇਖ ਰਹੇ ਹੋ। ਨਾਦੌਣ ਦੀ ਲੜਾਈ 1690 ਦੇ ਵਿੱਚ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਜੀ ਅਤੇ ਦੂਸਰੇ ਪਾਸੇ ਮੁਗਲ ਸਨ ਤੇ ਮੁਗਲਾਂ ਦੀ ਅਗਵਾਈ ਆਲਿਫ ਖਾਨ ਨਾਮ ਦਾ ਸੈਨਾ ਨਾਇਕ ਕਰ ਰਿਹਾ ਸੀ। ਇਸ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੱਤ ਪ੍ਰਾਪਤ ਹੋਈ। ਤੀਸਰੀ ਲੜਾਈ ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਲਾਲ ਕਲਰ ਨਾਲ ਦਿਖਾਇਆ ਗਿਆ ਹੈ, ਬੜਾ ਮਹੱਤਵਪੂਰਨ ਸਥਾਨ ਹੈ। ਅਨੰਦਪੁਰ ਸਾਹਿਬ ਦੀਆਂ ਦੋ ਲੜਾਈਆਂ ਹੋਈਆਂ ਸਨ। ਪਹਿਲੀ ਲੜਾਈ 1701 ਵਿੱਚ ਹੋਈ ਸੀ। ਇਸ ਵਿੱਚ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਆਪਸ ਵਿੱਚ ਗਠਬੰਧਨ ਕਰ ਲਿਆ ਸੀ ਅਤੇ ਦੂਸਰੀ ਤਰਫ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀ ਅਗਵਾਈ ਕਰ ਰਹੇ ਸੀ। ਇਹ ਲੜਾਈ ਬੜੀ ਮਹੱਤਵਪੂਰਨ ਹੈ ਅਤੇ ਇਸ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੀ ਵਾਰ ਦੋਨਾਂ ਦੇ ਸਾਂਝੇ ਗੱਠਜੋੜ ਨੂੰ ਬੁਰੀ ਤਰ੍ਹਾਂ ਹਰਾਇਆ, ਜਿਸ ਨਾਲ ਉਹ ਬੇਚੈਨ ਹੋ ਗਏ। ਚੌਥੀ ਲੜਾਈ ਨਿਰਮੋਹ ਦੀ ਲੜਾਈ ਹੈ। ਨਿਰਮੋਹ ਦੀ ਲੜਾਈ 1702 ਵਿੱਚ ਹੋਈ। ਇਸ ਵਿੱਚ ਵੀ ਮੁਗਲ ਬਾਦਸ਼ਾਹ ਦੀ ਫੌਜ ਅਤੇ ਭੀਮ ਚੰਦ ਦੀ ਫੌਜ ਇਕੱਠੀ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਲੜਾਈ ਵਿੱਚ ਫਿਰ ਜਿੱਤ ਪ੍ਰਾਪਤ ਕੀਤੀ ਅਤੇ ਉਹਨਾਂ ਦੋਨਾਂ ਨੂੰ ਹਰਾਇਆ। ਪੰਜਵੀਂ ਲੜਾਈ ਬਸੋਲੀ, ਨਦੌਣ ਦੇ ਨਾਲ ਹੀ ਹੈ ਬਸੋਲੀ, 1702 ਵਿੱਚ ਹੋਈ। ਇਹ ਭੀਮ ਚੰਦ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਈ ਸੀ ਤੇ ਭੀਮ ਚੰਦ ਵਾਰ-ਵਾਰ ਗੁਰੂ ਗੋਬਿੰਦ ਸਿੰਘ ਜੀ ਨਾਲ ਪੰਗੇ ਹੀ ਲੈ ਰਿਹਾ ਸੀ ਅਤੇ ਉਸ ਨੂੰ ਹਰ ਵਾਰ ਮੂੰਹ ਦੀ ਖਾਣੀ ਪੈਂਦੀ ਸੀ। ਇਸ ਲੜਾਈ ਵਿੱਚ ਵੀ ਉਹ ਬੁਰੀ ਤਰ੍ਹਾਂ ਹਾਰਿਆ। ਛੇਵੀਂ ਲੜਾਈ ਅਨੰਦਪੁਰ ਸਾਹਿਬ ਦੀ ਦੂਸਰੀ ਲੜਾਈ 1704 ਵਿੱਚ ਹੋਈ। ਇਸ ਵਿੱਚ ਫਿਰ ਪਹਾੜੀ ਰਾਜੇ ਅਤੇ ਮੁਗਲ ਇਕੱਠੇ ਹੋ ਗਏ ਤੇ ਇਸ ਲੜਾਈ ਦੇ ਵਿੱਚ ਉਹਨਾਂ ਨੇ ਘੇਰਾ ਬਹੁਤ ਜ਼ਬਰਦਸਤ ਪਾਇਆ ਸੀ ਤੇ ਇਹ ਘੇਰਾ ਕਈ ਦਿਨ ਤੱਕ ਚੱਲਦਾ ਰਿਹਾ। ਅਨੰਦਪੁਰ ਸਾਹਿਬ ਦੇ ਕਿਲੇ ਵਿੱਚ ਰਸਦ ਵੀ ਮੁੱਕ ਗਈ ਅਤੇ ਉਹਨਾਂ ਨੇ ਝੂਠੀਆਂ ਸਹੁੰਆਂ ਖਾਧੀਆਂ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਕਿਲਾ ਛੱਡ ਦੇਣਗੇ ਤਾਂ ਫਿਰ ਉਹ ਪਿੱਛੇ ਹਟ ਜਾਣਗੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲਾ ਛੱਡ ਦਿੱਤਾ ਸੀ। ਸੱਤਵੀਂ ਲੜਾਈ ਸ਼ਾਹੀ ਟਿੱਬੀ ਦੀ ਲੜਾਈ ਸੀ, 1704 ਵਿੱਚ ਹੋਈ। ਸਿੱਖਾਂ ਦੀ ਅਗਵਾਈ ਉਸ ਸਮੇਂ ਕਰ ਰਿਹਾ ਸੀ ਉਦੇ ਸਿੰਘ।
ਅਤੇ ਪਹਾੜੀ ਰਾਜੇ ਅਤੇ ਮੁਗਲਾਂ ਦਾ ਗਠਬੰਧਨ ਸੀ। ਵਜ਼ੀਰ ਖਾਂ ਵੀ ਉਹਨਾਂ ਦੇ ਨਾਲ ਹੀ ਸੀ ਤੇ ਸ਼ਾਹੀ ਚਿੱਬੀ ਦੀ ਲੜਾਈ ਵਿੱਚ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ। 8ਵੀਂ ਲੜਾਈ ਤੇ ਮਹੱਤਵਪੂਰਨ ਲੜਾਈ ਹੈ ਚਮਕੌਰ ਸਾਹਿਬ ਦੀ ਲੜਾਈ 1704 ਵਿੱਚ ਹੋਈ। ਇਸ ਵਿੱਚ ਮੁਗਲ ਅਤੇ ਪਹਾੜੀ ਰਾਜੇ ਇਕੱਠੇ ਸੀ ਤੇ 40 ਸਿੱਖ ਇਸ ਵਿੱਚ ਤੇ ਨਾਲ 2 ਵੱਡੇ ਸਾਹਿਬਜ਼ਾਦੇ ਇਹ ਯੁੱਧ ਕਰ ਰਹੇ ਸਨ ਤੇ ਇਸ ਯੁੱਧ ਦੇ ਵਿੱਚ ਬਹੁਤ ਸੰਘਰਸ਼ ਹੋਇਆ ਅਤੇ ਨਤੀਜਾ ਇਹ ਨਿਕਲਿਆ ਕਿ 2 ਵੱਡੇ ਸਾਹਿਬਜ਼ਾਦੇ ਇਸ ਵਿੱਚ ਸ਼ਹੀਦ ਹੋ ਗਏ ਅਤੇ 5 ਪਿਆਰਿਆਂ ਵਿੱਚੋਂ 3 ਪਿਆਰੇ ਇਸ ਵਿੱਚ ਸ਼ਹੀਦ ਹੋ ਗਏ। ਪਰ ਦੁਸ਼ਮਣਾਂ ਨੂੰ, ਮੁਗਲਾਂ ਅਤੇ ਪਹਾੜੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਬੰਦੀ ਨਹੀਂ ਬਣਾ ਸਕੇ ਤੇ ਅੰਤਿਮ ਲੜਾਈ ਸੀ ਖਿਦਰਾਣਾ ਦੀ ਲੜਾਈ, 9ਵੀਂ ਲੜਾਈ, ਜਿਸ ਨੂੰ ਮੁਕਤਸਰ ਦੀ ਲੜਾਈ ਵੀ ਕਿਹਾ ਜਾਂਦਾ ਹੈ। 1705 ਵਿੱਚ ਹੋਈ ਸੀ ਇਹ। ਇਸ ਲੜਾਈ ਦੇ ਵਿੱਚ 40 ਮੁਕਤੇ ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਬੇਦਾਵਾ ਲਿਖ ਕੇ ਦੇ ਗਏ ਸੀ ਅਤੇ ਉਹਨਾਂ ਨੂੰ ਆਪਣੇ ਪਿੰਡਾਂ ਵਿੱਚ ਜਾ ਕੇ, ਘਰਾਂ ਵਿੱਚ ਜਾ ਕੇ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਆ ਕੇ ਬੇਦਾਵਾ ਪਾੜ ਦਿੱਤਾ ਤੇ ਇਸ ਲੜਾਈ ਦੇ ਵਿੱਚ ਲੜਦੇ ਹੋਏ ਸ਼ਹੀਦ ਹੋਏ। ਉਹਨਾਂ 40 ਸਿੱਖਾਂ ਨੂੰ ਗੁਰੂ ਜੀ ਨੇ ਮੁਕਤ ਹੋਣ ਦਾ ਵਰਦਾਨ ਦਿੱਤਾ ਅਤੇ ਇਸੇ ਕਰਕੇ ਖਿਦਰਾਣਾ ਦਾ ਨਾਮ ਮੁਕਤਸਰ ਪੈ ਗਿਆ। ਮੁਗਲਾਂ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਸੰਘਰਸ਼ ਚੱਲਦਾ ਹੀ ਰਿਹਾ। 1707 ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੇ ਸੰਬੰਧਾਂ ਵਿੱਚ ਕੁਝ ਸੁਧਾਰ ਆਇਆ ਸੀ ਅਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਅੰਤਿਮ ਸਮੇਂ ਵਿੱਚ ਦੱਖਣ ਵਿੱਚ ਉਹ ਦੋਨਾਂ ਦੀ ਮੁਲਾਕਾਤ ਦੱਖਣ ਭਾਰਤ ਵਿੱਚ ਹੋਈ ਸੀ। 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੋਦਾਵਰੀ ਨਦੀ ਦੇ ਕੰਢੇ ਨਦੌਣ ਨਾਮਕ ਸਥਾਨ ਦੇ ਉੱਤੇ ਉਹਨਾਂ ਉੱਪਰ 2 ਪਠਾਣਾਂ ਨੇ ਹਮਲਾ ਕਰ ਦਿੱਤਾ ਸੀ ਤੇ ਉਸ ਵਿੱਚ ਹਮਲੇ ਵਿੱਚ ਜ਼ਖਮੀ ਹੋਣ ਤੋਂ ਬਾਅਦ ਕੁਝ ਸਮੇਂ ਬਾਅਦ ਉਹ ਜੋਤੀ ਜੋਤ ਸਮਾ ਗਏ। ਇਸ ਨਕਸ਼ੇ ਵਿੱਚ 2 ਸਥਾਨ ਹੋਰ ਦਿਖਾਏ ਗਏ ਨੇ। ਇੱਕ ਪੌਂਟਾ ਸਾਹਿਬ ਜਿਹੜਾ ਕਿ ਉਹਨਾਂ ਦੇ ਜੀਵਨ ਦਾ ਇੱਕ ਮਹੱਤਵਪੂਰਨ ਸਥਾਨ ਸੀ, ਜਿੱਥੇ ਉਹ ਠਹਿਰੇ ਸੀ, ਜਿੱਥੇ ਉਹਨਾਂ ਨੇ ਪੈਰ ਰੱਖਿਆ ਸੀ, ਜਿਸ ਕਰਕੇ ਇਸ ਦਾ ਨਾਮ ਪੌਂਟਾ ਸਾਹਿਬ ਹੈ। ਤੇ ਤਲਵੰਡੀ ਸਾਬੋ ਉਹਨਾਂ ਦੀਆਂ ਸਾਹਿਤਿਕ ਗਤੀਵਿਧੀਆਂ ਕਾਰਨ ਮਸ਼ਹੂਰ ਹੈ ਕਿ ਉੱਥੇ ਰਹਿ ਕੇ ਉਹਨਾਂ ਨੇ, ਕਿਉਂਕਿ ਉਹ ਖੁਦ ਬਹੁਤ ਵੱਡੇ ਸਾਹਿਤਕਾਰ ਸਨ, ਉਹਨਾਂ ਨੂੰ ਸੰਸਕ੍ਰਿਤ, ਬ੍ਰਜ, ਫਾਰਸੀ ਅਤੇ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਦਾ ਗਿਆਨ ਸੀ। ਉਹਨਾਂ ਨੇ ਚੰਡੀ ਦੀਵਾਰ ਤੇ ਹੋਰ ਬਹੁਤ ਸਾਰੀਆਂ ਪੁਸਤਕਾਂ ਲਿਖੀਆਂ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।